ਪਿੰਡ ਵਾਸੀ ਚਾਹੁੰਦੇ ਸਨ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਅਖੰਡ ਕੀਰਤਨ ਸਮਾਗਮ ਦੀ ਸਮਾਪਤੀ ਸਮੇਂ ਅਰਦਾਸ ਕੀਤੀ ਜਾਵੇ ਕਿ ਇਹ ਸੇਵਾ ਸੰਤ ਬਾਬਾ ਜੀ ਕਿਰਪਾਲ ਸਿੰਘ ਜੀ ਨੂੰ ਸੰਭਾਲੀ ਜਾਂਦੀ ਹੈ। ਇੱਕ ਪਾਸੇ ਸੰਗਤ ਦੀ ਇੱਛਾ, ਦੂਜੇ ਪਾਸੇ ਸੰਤ ਜੀ ਦੀ ਬਿਰਤੀ ਮੇਲ ਨਹੀਂ ਖਾਂਦੀਆਂ ਸਨ। ਸੰਗਤ ਵੱਲੋਂ ਜ਼ੋਰ ਪੈਣ ਉੱਤੇ ਸੰਤ ਜੀ ਨੇ ਇਸ ਦਾ ਰਸਤਾ ਲੱਭਿਆ। ਸੰਤ ਬਾਬਾ ਜੀ ਨੇ ਹੇਠ ਅਨੁਸਾਰ ਜ਼ਿੰਮੇਵਾਰੀ ਸੰਭਾਲ ਲਈ। ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਈ ਅਰਦਾਸ ਨਾ ਕੀਤੀ ਜਾਵੇ। ਨੰਬਰ 2, ਇਹ ਸੇਵਾ ਸੰਭਾਲ ਜਿੰਨਾ ਚਿਰ ਹੋ ਸਕੀ ਕਰਾਂਗੇ, ਜੀਵਨ ਦੇ ਅੰਤ ਤੱਕ ਨਹੀਂ। ਗੁਰਮੁਖ ਪਿਆਰੇ ਜੀਵਨ ਮੁਕਤ ਬਾਬਾ ਜਸਮੇਰ ਸਿੰਘ ਜੀ ਪ੍ਰਧਾਨ ਜੀ, ਜਿਨ੍ਹਾਂ ਦਾ 5-6 ਮੀਲ ਦੀ ਦੂਰੀ ਤੇ ਪਿੰਡ ਮੁਕਾਰਮਪੁਰ ਸੀ, ਇਹ ਮੇਰੇ ਨਾਲ ਰਹਿਣ, ਕਿਉਂਕਿ ਮੈਂ ਇਹ ਸੇਵਾ ਇਕੱਲਾ ਨਹੀਂ ਸੰਭਾਲ ਸਕਦਾ। ਪਿਆਰ ਦੀ ਅਜੀਬ ਖੇਡ ਇੱਥੇ ਵੀ ਦੱਸ ਜਾਵਾਂ ਤਾਂ ਚੰਗਾ ਹੋਵੇਗਾ। ਪਿੰਡ ਵਾਸੀਆਂ ਨੇ ਜਦੋਂ ਬਾਬਾ ਜੀ ਜਸਮੇਰ ਸਿੰਘ ਜੀ ਨੂੰ ਸੇਵਾ ਲਈ ਕਿਹਾ ਤਾਂ ਉਹ ਕਹਿੰਦੇ ਕਿ ਮੈਂ ਸੇਵਾ ਬਿਲਕੁਲ ਨਹੀਂ ਕਰ ਸਕਦਾ, ਪਰੰਤੂ ਜੇ ਸੰਤ ਜੀ ਇੱਥੇ ਰਹਿ ਕੇ ਸੇਵਾ ਸੰਭਾਲਣਗੇ ਤਾਂ ਮੈਂ ਵੀ ਰਹਿ ਜਾਵਾਂਗਾ, ਪਰ ਇਕੱਲਾ ਨਹੀਂ। ਜਦੋਂ ਸੰਤ ਜੀ ਨੂੰ ਸੇਵਾ ਲਈ ਸੰਗਤ ਨੇ ਬੇਨਤੀ ਕੀਤੀ ਤਾਂ ਉਹ ਕਹਿੰਦੇ ਕਿ ਪ੍ਰਧਾਨ ਜੀ ਬਾਬਾ ਜਸਮੇਰ ਸਿੰਘ ਜੀ ਮੇਰੇ ਨਾਲ ਰਹਿਣਗੇ ਤਾਂ ਮੈਂ ਸੇਵਾ ਸੰਭਾਲ ਦੇਵਾਂਗਾ, ਪਰੰਤੂ ਪ੍ਰਧਾਨ ਜੀ ਤੋਂ ਬਗੈਰ ਨਹੀਂ। ਜਿਸ ਹਿਰਦੇ ਵਿੱਚ ਨਾਮ ਦਾ ਵਾਸਾ ਹੋਵੇ, ਹੋਰ ਗੁਰਸਿੱਖਾਂ ਦੇ ਲਈ ਪਿਆਰ ਉਹਨਾਂ ਦੇ ਅੰਦਰ ਤੋਂ ਫੁੱਟ ਕੇ ਬਾਹਰ ਆਉਂਦਾ ਹੈ। ਪਿੰਡ ਵਾਸੀਆਂ ਨੇ ਅਤੇ ਪ੍ਰਧਾਨ ਜੀ ਨੇ ਇਸ ਨੂੰ ਪ੍ਰਵਾਨ ਕੀਤਾ। ਸੰਤ ਬਾਬਾ ਜੀ ਨੇ ਸੇਵਾ ਸੰਭਾਲ ਕੇ ਉੱਥੇ ਪੱਕੇ ਤੌਰ ਤੇ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਖੇ ਰਿਹਾਇਸ਼ ਕਰਕੇ ਜ਼ਿੰਮੇਵਾਰੀ ਸੰਭਾਲ ਲਈ। ਸੰਤ ਜੀ ਨੇ ਇਹ ਜ਼ਿੰਮੇਵਾਰੀ ਤਕਰੀਬਨ 1995 ਤੋਂ ਬਾਅਦ ਤੱਕ ਸੰਭਾਲੀ ਰੱਖੀ। ਉਸ ਤੋਂ ਬਾਅਦ 2003 ਤੱਕ ਦਾ ਜੀਵਨ ਸੇਵਾ ਤੋਂ ਮੁਕਤ ਹੋ ਕੇ ਚੰਦੂ ਮਾਜਰੇ ਅਤੇ ਆਪਣੇ ਮੁੱਲ ਖਰੀਦੀ ਦਾਸਰੇ ਦੇ ਪਰਿਵਾਰ ਵਿੱਚ ਪਟਿਆਲੇ ਰਹਿ ਕੇ ਗੁਜ਼ਾਰਿਆ। ਹੁਣ ਸੰਤ ਜੀ ਨੇ ਪਹਿਲਾਂ ਵਾਲਾ ਲਗਭਗ ਮੋਨੀਆਂ ਵਾਲਾ ਜੀਵਨ ਕੁਝ ਬਦਲਣਾ ਸ਼ੁਰੂ ਕਰ ਦਿੱਤਾ। ਜਿਹੜੇ ਸਿੰਘ ਬੀਬੀਆਂ ਸੰਤ ਜੀ ਨੂੰ ਸਤਿਕਾਰ ਵਜੋਂ ਹਿਚਕਚਾਹਟ ਨਾਲ ਬੁਲਾਉਂਦੇ ਸਨ, ਉਹ ਹੌਲੀ-ਹੌਲੀ ਕੁਝ ਪ੍ਰੇਮ ਨਾਲ ਬੁਲਾਉਣ ਲੱਗ ਪਏ। ਮੈਨੂੰ ਪਹਿਲੀ ਵਾਰ ਸੰਤ ਜੀ ਦੇ ਦਰਸ਼ਨ ਪਿੰਡ ਮੁਕਾਰਮਪੁਰ ਵਿਖੇ ਹੋਏ। ਇਹ ਪਿੰਡ ਸੰਤ ਜੀ ਦੇ ਨਾਲ ਸੇਵਾ ਕਰਨ ਵਾਲੇ ਬਾਬਾ ਜੀ ਜਸਮੇਰ ਸਿੰਘ ਜੀ ਦਾ ਸੀ। ਇਹ ਬਾਬਾ ਜੀ ਜਸਮੇਰ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਵਿੱਚ ਸੰਤ ਜੀ ਦੇ ਸਹਾਇਕ ਸਨ ਅਤੇ ਸੰਤ ਜੀ ਉਹਨਾਂ ਨੂੰ ਪ੍ਰਧਾਨ ਜੀ ਕਹਿ ਕੇ ਬੁਲਾਉਂਦੇ ਸਨ। ਇਹ ਆਪਣੇ ਪਿੰਡ ਮੁਕਾਰਮਪੁਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਸਨ। ਇਸ ਕਰਕੇ ਪ੍ਰਧਾਨ ਜੀ ਕਰਕੇ ਹੀ ਸਾਰੀ ਉਮਰ ਜਾਣੇ ਜਾਂਦੇ ਰਹੇ। ਪ੍ਰਧਾਨ ਜੀ ਹੀ ਇੱਥੇ ਵੀ ਸਾਰੀ ਸੇਵਾ ਸੰਭਾਲ ਕਰਦੇ ਸਨ। ਰਿਕਾਰਡ ਅਨੁਸਾਰ ਕਮੇਟੀ ਦਾ ਪ੍ਰਧਾਨ ਵੱਖਰਾ ਸੀ। ਇਹ ਕਿਸੇ ਰਿਕਾਰਡ ਅਨੁਸਾਰ ਇੱਥੇ ਪ੍ਰਧਾਨ ਨਹੀਂ ਸਨ। ਗੁਰਦੁਆਰਾ ਸਾਹਿਬ ਦੀ ਸਾਰੀ ਸੰਭਾਲ ਇਹੀ ਕਰਦੇ ਸਨ।
ਇਹ ਸੇਵਾ ਦੀ ਅਸਲੀ ਮੂਰਤ ਅਸਲ ਵਿੱਚ ਹੀ ਦਰਵੇਸ਼ ਅਤੇ ਬਿਲਕੁਲ ਸਾਦੇ ਜਿਹੇ ਰਹਿ ਕੇ ਦਿਨ ਰਾਤ ਸਵਾਸ ਸਵਾਸ ਰੋਮ ਰੋਮ ਨਾਮ ਜਪਣ ਵਾਲੇ ਹਮੇਸ਼ਾ ਹੀ ਸ਼ਾਂਤ ਚਿੱਤ ਅਤੇ ਸ਼ਾਂਤ ਸੁਭਾਅ ਰਹਿਣ ਵਾਲੇ ਜਿਉਂਦੇ ਹੀ ਸੱਚਖੰਡ ਵਾਸੀ ਸਨ। ਸੰਤ ਜੀ ਦਾ ਅਤੇ ਇਹਨਾਂ ਦਾ ਪਿਆਰ ਅੱਖਰਾਂ ਰਾਹੀਂ ਬਿਆਨ ਕਰਨਾ ਹੀ ਬਹੁਤ ਮੁਸ਼ਕਲ ਹੈ। ਦੋ ਗੁਰਸਿੱਖਾਂ ਦਾ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸ ਦੀ ਅਸਲੀ ਮਿਸਾਲ ਸੰਤ ਜੀ ਅਤੇ ਪ੍ਰਧਾਨ ਜੀ ਹੀ ਸਨ। ਇੱਕ ਬਹੁਤ ਹੀ ਵਿਚਿੱਤਰ ਗੱਲ ਜਿਸ ਤੇ ਭਰੋਸਾ ਕਰਨਾ ਔਖਾ ਲੱਗੇਗਾ ਅਤੇ ਇਹ ਲਗਭਗ ਅਸੰਭਵ ਵੀ ਹੈ, ਉਹ ਇਹ ਹੈ ਕਿ ਪ੍ਰਧਾਨ ਜੀ ਅਤੇ ਸੰਤ ਜੀ ਇੰਨਾ ਲੰਮਾ ਸਮਾਂ ਸਾਰੀ ਸੇਵਾ ਰਲ ਕੇ ਸੰਭਾਲਦੇ ਹੋਏ ਇੱਕ ਛਿਨ ਮਾਤਰ ਵੀ ਕਦੇ ਇੱਕ ਦੂਜੇ ਨਾਲ ਨਾਰਾਜ਼ ਨਹੀਂ ਹੋਏ। ਉਹਨਾਂ ਦੇ ਨਾਲ ਜੁੜੀ ਹੋਈ ਸਮੂਹ ਸੰਗਤ ਨੂੰ ਇਸ ਬਾਰੇ ਪਤਾ ਹੈ। ਜੇ ਕਿਸੇ ਨੂੰ ਕੋਈ ਸ਼ੰਕਾ ਲੱਗੇ ਤਾਂ ਅਜੇ ਵੀ ਸੰਗਤ ਤੋਂ ਇਸ ਬਾਰੇ ਪੜਤਾਲ ਕਰਕੇ ਵੇਖ ਲਵੇ। ਨਾਰਾਜ਼ ਕਿਵੇਂ ਹੋ ਜਾਂਦੇ? ਦੋਵੇਂ ਹੀ ਇੱਕ ਦੂਜੇ ਤੇ ਜਾਨ ਵਾਰਦੇ ਸਨ। ਸੰਤ ਜੀ ਪਿਆਰ ਨਾਲ ਇਹਨਾਂ ਨੂੰ ਕਦੇ-ਕਦੇ ਮਹੰਤ ਜੀ ਵੀ ਕਹਿੰਦੇ ਹੁੰਦੇ ਸਨ। ਸੰਤ ਜੀ ਕੋਈ ਨੀਤੀਗਤ ਫੈਸਲੇ ਕਰਦੇ ਸਨ ਜਾਂ ਕਿਸੇ ਖਾਸ ਕੰਮਾਂ ਵਿੱਚ ਆਪ ਫੈਸਲੇ ਲੈ ਲੈਂਦੇ ਸਨ। ਪ੍ਰਬੰਧਕ ਕਮੇਟੀ ਅਤੇ ਕਮੇਟੀ ਦਾ ਪ੍ਰਧਾਨ ਸਿਰਫ ਨਾਮ ਮਾਤਰ ਜਾਂ ਕਾਨੂੰਨੀ ਖਾਨਾ ਪੂਰਤੀ ਹੀ ਸੀ। ਸੰਤ ਜੀ ਦੇ ਹੁਕਮਾਂ ਅਨੁਸਾਰ ਹੀ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਬਣਦੀ ਕੋਈ ਲਿਖਤ ਪੜ੍ਹਤ ਆਦਿ ਕਰ ਦਿੰਦੇ ਸਨ। ਪ੍ਰਬੰਧ ਵਿੱਚ ਸੰਤ ਜੀ ਦੀ ਮਰਜ਼ੀ ਤੋਂ ਉਲਟ ਬਿਲਕੁਲ ਕੁਝ ਨਹੀਂ ਸੀ ਕਰਦੇ। ਉਸ ਸਮੇਂ ਦੇ ਪ੍ਰਧਾਨ ਬਾਬਾ ਜੀ ਨਿਰੰਗ ਸਿੰਘ ਜੀ ਸਨ, ਜਿਨ੍ਹਾਂ ਦਾ ਪਿੰਡ ਸ਼ਿਵਦਾਸਪੁਰ ਸੀ। ਸ਼ਿਵਦਾਸਪੁਰ ਨੂੰ ਉੱਥੋਂ ਦੇ ਪਿੰਡਾਂ ਦੇ ਲੋਕ ਆਮ ਤੌਰ ਤੇ ਸੰਡਾਸਪੁਰ ਬੋਲਦੇ ਹਨ। ਇਹ ਬਾਬਾ ਜੀ ਨਿਰੰਗ ਸਿੰਘ ਜੀ ਨਾਮ ਬਾਣੀ ਦੇ ਬੜੇ ਪ੍ਰੇਮੀ ਅਤੇ ਸ਼ੁੱਧ ਅਖੰਡ ਪਾਠੀ ਸਨ। ਇਹ ਸੰਤ ਜੀ ਦਾ ਬਹੁਤ ਹੀ ਸਤਿਕਾਰ ਕਰਨ ਵਾਲੇ ਸਨ ਅਤੇ ਸੰਤ ਜੀ ਅੱਗੇ ਬਹੁਤ ਹੀ ਨਿਮਾਣੇ ਹੋ ਕੇ ਰਹਿੰਦੇ ਸਨ। ਪ੍ਰਧਾਨ ਜੀ ਦੇ ਪਿੰਡ ਭਾਵ ਮੁਕਾਰਮਪੁਰ ਦੇ ਰਹਿਣ ਵਾਲੇ ਇੱਕ ਹੋਰ ਪੂਰਨ ਗੁਰਸਿੱਖ ਬਾਬਾ ਜੀ ਗੁਰਬਚਨ ਸਿੰਘ ਜੀ ਹੋਏ ਹਨ। ਇਹੋ ਜਿਹਾ ਸਵਾਸ ਸਵਾਸ ਰੋਮ ਰੋਮ ਨਾਮ ਜਪਣ ਵਾਲਾ, ਗੁਰੂ ਸਾਹਿਬ ਦੇ ਹਰ ਹੁਕਮ ਵਿੱਚ ਪੂਰਾ ਉਤਰਨ ਵਾਲਾ, ਸਰੀਰ ਕਰਕੇ ਦੁਨੀਆ ਵਿੱਚ ਪਰ ਨਾਮ ਰਸ ਵਿੱਚ ਰੋਮ ਰੋਮ ਭਿੱਜਿਆ ਹੋਇਆ, ਮਨ ਕਰਕੇ ਸਦਾ ਹੀ ਦੁਨੀਆ ਤੋਂ ਦੂਰ ਸੱਚਖੰਡ ਵਿੱਚ ਰਹਿਣ ਵਾਲਾ ਅਤੇ ਫਿਰ ਨਾਲ ਦੀ ਨਾਲ ਇੰਨਾ ਗੁਪਤ ਰਹਿਣ ਵਾਲਾ ਗੁਰਸਿੱਖ ਮੈਨੂੰ ਨਹੀਂ ਜਾਪਦਾ ਕਿ ਸੰਗਤ ਨੇ ਕੋਈ ਹੋਰ ਵੀ ਵੇਖਿਆ ਜਾਂ ਸੁਣਿਆ ਹੋਵੇ। ਇਹ ਨਾਮ ਜਪਣ ਦੀ ਕਮਾਈ ਕਰਕੇ ਉੱਚ ਆਤਮਿਕ ਅਵਸਥਾ ਪ੍ਰਾਪਤ ਕਰਕੇ ਵੀ ਅਤਿਅੰਤ ਹੀ ਗੁਪਤ ਰਹੇ। ਸੰਤ ਜੀ, ਪ੍ਰਧਾਨ ਜੀ, ਬਾਬਾ ਜੀ ਹਰਭਜਨ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਾਂ ਕੁਝ ਹੋਰ ਖਾਸ ਸਿੰਘਾਂ ਨੂੰ ਛੱਡ ਕੇ ਇਹਨਾਂ ਨੇ ਕਿਸੇ ਨੂੰ ਆਪਣੀ ਅਵਸਥਾ ਬਾਰੇ ਪਤਾ ਹੀ ਨਹੀਂ ਸੀ ਲੱਗਣ ਦਿੱਤਾ। ਬੜੀ ਲੰਮੀ ਉਮਰ ਭੋਗ ਕੇ ਇੰਨਾ ਲੰਮਾ ਸਮਾਂ ਨਾਮ ਰਸ ਮਾਣ ਕੇ ਸੰਸਾਰ ਨੂੰ ਛੱਡ ਕੇ ਇਉਂ ਸੱਚਖੰਡ ਜਾ ਬਿਰਾਜੇ ਕਿ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿ ਇਹ ਵੀ ਕੋਈ ਗੁਰੂ ਦਾ ਖਾਸ ਪਿਆਰਾ ਗੁਰਸਿੱਖ ਸੀ। ਮੇਰਾ ਪਹਿਲੀ ਵਾਰ ਇਹਨਾਂ ਸਾਰਿਆਂ ਨਾਲ ਹੀ ਨਵੰਬਰ 1973 ਵਿੱਚ ਮੇਲ ਹੋਇਆ। ਸਾਰਿਆਂ ਨਾਲ ਮੇਲ ਕਿਹੋ ਜਿਹਾ ਹੋਇਆ? ਪੂਰਵ ਜਨਮ ਕੇ ਮਿਲੇ ਸੰਜੋਗੀ ਅਨੁਸਾਰ ਮੈਂ 16 ਸਾਲ ਦਾ ਬਚਪਨ ਵਿੱਚ ਹੀ ਦੁੱਖਾਂ ਦਾ ਦੱਬਿਆ ਹੋਇਆ ਬਿਲਕੁਲ ਸਧਾਰਨ ਜਿਹਾ ਬੰਦਾ ਅਤੇ ਗੁਰਮਤਿ ਤੋਂ ਖਾਲੀ ਬੇਅਮਰਤੀਆ ਮਨੁੱਖ ਕੀ ਸਮਝ ਸਕਦਾ ਸੀ?
ਬਹੁਤ ਸਾਲ ਉਹਨਾਂ ਦਾ ਪਿਆਰ ਲੈ ਕੇ, ਅਸੀਸਾਂ ਲੈ ਕੇ ਵੀ ਸਮਝ ਨਹੀਂ ਸਕਿਆ ਕਿ ਮੈਂ ਇੰਨਾ ਨੀਵੇਂ ਜੀਵਨ ਵਾਲਾ, ਇਹਨਾਂ ਦਾ ਮੇਰੇ ਨਾਲ ਇੰਨਾ ਪਿਆਰ ਕਿਵੇਂ ਹੋ ਗਿਆ। ਜਿਉਂਦਾ ਹੀ ਨਰਕ ਨਿਵਾਸੀ ਇਹਨਾਂ ਜਿਉਂਦੇ ਹੀ ਸੱਚਖੰਡ ਵਾਸੀਆਂ ਦੀ ਸੰਗਤ ਵਿੱਚ ਕਿਵੇਂ ਰਲ ਗਿਆ। ਇਹਨਾਂ ਨੇ ਆਪਣੀ ਸੰਗਤ ਵਿੱਚ ਕਿਵੇਂ ਇਕਮਿਕ ਕਰ ਲਿਆ। ਇਸ ਨੂੰ ਬਿਆਨ ਕਰਨਾ ਮੇਰੇ ਤਾਂ ਵੱਸ ਵਿੱਚ ਨਹੀਂ ਹੈ। ਇਸ ਦਾ ਇਹਨਾਂ ਨੂੰ ਹੀ ਪਤਾ ਹੋਵੇਗਾ। ਇਹਨਾਂ ਸਾਰਿਆਂ ਨੇ ਮੈਨੂੰ ਇਸ ਤਰ੍ਹਾਂ ਪ੍ਰੇਮ ਨਾਲ ਕਾਬੂ ਕਰ ਲਿਆ ਜਿਵੇਂ ਕੋਈ ਭੱਜਿਆ ਹੋਇਆ ਸ਼ਿਕਾਰ ਕਾਬੂ ਕੀਤਾ ਹੋਵੇ। ਮੈਨੂੰ ਅਜੇ ਗੁਰਸਿੱਖੀ ਦੀ ਪ੍ਰਾਪਤੀ ਤਾਂ ਨਹੀਂ ਹੋ ਸਕੀ, ਪਰੰਤੂ ਉਹਨਾਂ ਦੀ ਮੇਰੇ ਨਾਲ ਪ੍ਰੀਤ ਕਦੇ ਵੀ ਮੇਰੇ ਮਨ ਤੋਂ ਉਹਨਾਂ ਨੂੰ ਵਿਸਰਨ ਨਹੀਂ ਦਿੰਦੀ। ਉਹਨਾਂ ਦਾ ਪਿਆਰ ਸਦਾ ਹੀ ਉਹਨਾਂ ਦੀ ਯਾਦ ਨੂੰ ਮੇਰੇ ਹਿਰਦੇ ਵਿੱਚ ਬਣਾਈ ਰੱਖਦਾ ਹੈ ਅਤੇ ਟਿਕਾਈ ਰੱਖਦਾ ਹੈ। ਉਹਨਾਂ ਦੇ ਪ੍ਰੇਮ ਦੀ ਖਿੱਚ ਸਦਾ ਹੀ ਕਾਇਮ ਹੈ। ਉਹਨਾਂ ਦੇ ਪਿਆਰ ਨੇ ਮੈਨੂੰ ਇਹ ਪ੍ਰੇਮ ਦੀ ਸਦੀਵੀ ਖਿੱਚ ਪਾਈ ਹੋਈ ਹੈ। ਮੈਨੂੰ ਆਸ ਹੈ ਕਿ ਉਹਨਾਂ ਦੇ ਪ੍ਰੇਮ ਦੀ ਖਿੱਚ ਮੈਨੂੰ ਵੀ ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਸ਼ਾਇਦ ਗੁਰਸਿੱਖੀ ਵਿੱਚ ਲੈ ਆਵੇਗੀ। ਮੈਂ ਇਹ ਗੱਲ ਸੰਗਤ ਵਿੱਚ ਅੱਗੇ ਵੀ ਕਹਿ ਦਿੰਦਾ ਹਾਂ ਅਤੇ ਅੱਜ ਵੀ ਸਪਸ਼ਟ ਦੱਸ ਰਿਹਾ ਹਾਂ ਕਿ ਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਪ੍ਰੀਤ ਸਦਾ ਗੁਰੂ ਨਾਲ ਹੁੰਦੀ ਹੈ ਅਤੇ ਉਹ ਸਦਾ ਹੀ ਗੁਰੂ ਦਾ ਦਿੱਤਾ ਹੋਇਆ ਨਾਮ ਸੱਚੀ ਪ੍ਰੀਤ ਨਾਲ ਸਿਮਰਦੇ ਹਨ। ਮੇਰੀ ਇਹੀ ਪ੍ਰੀਤ ਗੁਰੂ ਅਤੇ ਨਾਮ ਦੀ ਬਜਾਏ ਇਹਨਾਂ ਗੁਰਸਿੱਖਾਂ ਨਾਲ ਹੈ। ਨਾਮ ਤਾਂ ਕਦੇ ਨਹੀਂ ਸਿਮਰਿਆ, ਮਨ ਕਰਕੇ ਕਦੇ ਗੁਰਬਾਣੀ ਪੜ੍ਹੀ, ਸੁਣੀ ਜਾਂ ਗਾਈ ਨਹੀਂ, ਪਰੰਤੂ ਇਹਨਾਂ ਪੂਰਨ ਗੁਰਸਿੱਖਾਂ ਦੀ ਪ੍ਰੀਤ ਸਦਾ ਹੀ ਮਨ ਵਿੱਚ ਰਹਿੰਦੀ ਹੈ। ਇਹ ਸਾਰੇ ਹੀ ਆਪ ਤਾਂ ਸੱਚਖੰਡ ਜਾ ਵਸੇ, ਪਰ ਮੈਂ ਉਹਨਾਂ ਦੀ ਸੰਗਤ ਦਾ ਕੀਰਾ ਕਿਰਮ, ਉਹਨਾਂ ਦੇ ਵਿਛੋੜੇ ਦੀਆਂ ਸੱਟਾਂ ਝੱਲਦਾ ਹੋਇਆ ਗੁਰਸਿੱਖੀ ਤੋਂ ਅਤੇ ਨਾਮ ਤੋਂ ਸਖਣੇ ਹੀ ਜੀਵਨ ਬਤੀਤ ਕਰ ਰਿਹਾ ਹਾਂ। ਪਤਾ ਨਹੀਂ ਮੇਰੀ ਵਾਰੀ ਕਦੋਂ ਆਵੇਗੀ ਵੀ ਜਾਂ ਕਦੇ ਵੀ ਨਹੀਂ ਆਉਣੀ। ਇਹ ਵੀ ਮੇਰੇ ਸਤਿਗੁਰੂ ਦੀ ਰਜ਼ਾ ਵਿੱਚ ਹੈ। ਮੈਂ ਇਸੇ ਕਰਕੇ ਵਾਰ-ਵਾਰ ਲਿਖਦਾ ਆ ਰਿਹਾ ਹਾਂ ਕਿ ਜਿਨ੍ਹਾਂ ਬਾਰੇ ਲਿਖ ਰਿਹਾ ਹਾਂ ਉਹ ਸਾਰੇ ਹੀ ਗੁਰੂ ਦੇ ਪਿਆਰ ਵਿੱਚ ਇਕਮਿਕ ਹੋ ਕੇ ਪੂਰੇ ਸਨ ਅਤੇ ਮੈਂ ਨਵਾਂ ਹੋਣ ਕਰਕੇ ਬਿਲਕੁਲ ਊਰਾ ਹਾਂ। ਭਾਣੇ ਅੰਦਰ ਅਤੇ ਕਰਮਗਤੀ ਅਨੁਸਾਰ ਪਰ ਸੰਗਤ ਵਿੱਚ ਇਹਨਾਂ ਦੀ ਚੁੰਬਕੀ ਸ਼ਕਤੀ ਦਾ ਗੁਪਤ ਤੌਰ ਤੇ ਖਿੱਚਿਆ ਹੋਇਆ। ਇਸ ਤੋਂ ਭਾਵ ਨਵੰਬਰ 1973 ਤੋਂ ਕੁਝ ਦਿਨ ਬਾਅਦ ਦਸੰਬਰ 1973 ਦੇ ਪਹਿਲੇ ਹਫ਼ਤੇ ਤੋਂ ਮੈਂ ਸੰਤ ਜੀ ਪਾਸ ਉਹਨਾਂ ਦੀ ਸੰਗਤ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਪਿਆ ਸੀ। ਮਹਾਪਤਿਤ ਮੁਗਧ ਲੋਭੀ ਨੂੰ ਪਤਾ ਨਹੀਂ ਕਿਵੇਂ ਇਹਨਾਂ ਦੀ ਸੰਗਤ ਵਿੱਚ ਥਾਂ ਮਿਲ ਗਈ। ਇੰਨਾ ਲੰਮਾ ਸਮਾਂ ਇਹਨਾਂ ਦੀ ਸੰਗਤ ਵਿੱਚ ਰਹਿ ਕੇ ਗੁਰਸਿੱਖੀ ਵਿੱਚ ਤਾਂ ਅਜੇ ਵੀ ਨਹੀਂ ਆ ਸਕਿਆ।